ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਕਿਸਾਨਾਂ ਦੀ ਪਾਰਲੀਮੈਂਟ ਦੇ ਬਾਰੇ। ਉਧਰਲੇ ਪਾਸੇ ਅਡਾਨੀ ਦੀ ਖੁਸ਼ਕ ਬੰਦਰਗਾਹ, ਜਾਂ ਏਦਾਂ ਕਹਿ ਲਓ ਕਿ ਅੰਦੋਲਨ ਦਾ ਪ੍ਰਭਾਵ ਜਿਹੜਾ ਆ ਹੁਣ ਦਾਇਰਾ ਹੋਰ ਵਿਸ਼ਾਲ ਹੁੰਦਾ ਜਾ ਰਿਹਾ ਹੈ। ਕਿਸਾਨਾਂ ਦਾ ਦਬਾਅ ਇਸ ਕਦਰ, ਇੱਕ ਪਾਸੇ ਸਰਕਾਰ ਤੇ ਦੂਜੇ ਪਾਸੇ ਕਾਰਪੋਰੇਟ ਘਰਾਣੇ। ਕਿਸਾਨਾਂ ਦੀ ਅੱਜ ਪਾਰਲੀਮੈਂਟ ਸੋਮਵਾਰ ਦਾ ਦਿਨ ਹੈ, ਇੱਕ ਵਾਰ ਫਿਰ ਸ਼ੁਰੂ ਹੋਣ ਜਾ ਰਹੀ ਹੈ। ਉਸ ਨੂੰ ਲੈ ਕੇ ਵੀ ਅਸੀਂ ਚਰਚਾ ਕਰਾਂਗੇ ਕਿ ਪਹਿਲਾਂ ਵਾਲੇ ਦਿਨਾਂ ਦੀ ਪਾਰਲੀਮੈਂਟ ਜਿਹੜੀ ਹੈ, ਜਿਵੇਂ ਉਹਦੇ ਵਿੱਚ ਨਿਖੇਧੀ ਮਤਾ ਪਾਸ ਕੀਤਾ ਗਿਆ, ਜਿਹੜੇ ਕਾਂਗਰਸ ਦੇ ਐਮਪੀ ਜਿਹੜੇ ਉਸ ਵਿੱਚੋਂ ਨਿਕਲ ਆਏ ਸੀਗੇ, ਨਵਜੋਤ ਸਿੱਧੂ ਨੂੰ ਲੈ ਕੇ ਵੀ ਬੜਾ ਕੁਝ ਕਿਸਾਨੀ ਅੰਦੋਲਨ ਦੀ ਸਟੇਜ ਤੋਂ ਸੁਣਨ ਨੂੰ ਮਿਲ ਰਿਹਾ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਤਖਤ ਪੰਜਾਬ ਤੇ। ਬਹੁਤ ਬਹੁਤ ਧੰਨਵਾਦ ਸੁਰਿੰਦਰ ਜੀ। ਸ਼ੁਕਰੀਆ। ਪ੍ਰੋਫੈਸਰ ਸਾਹਿਬ ਕਿੱਦਾਂ ਦੇਖਦੇ ਹੋ? ਸਭ ਤੋਂ ਪਹਿਲਾਂ ਜਦੋਂ ਅਸੀਂ ਅਡਾਨੀ ਦੀ ਖੁਸ਼ਕ ਬੰਦਰਗਾਹ ਦੀ ਖਬਰ ਨੂੰ ਸੁਣਦੇ ਹਾਂ ਕਿ ਉੱਥੋਂ ਨਾਮ ਪਲੇਟ ਹਟਾ ਦਿੱਤੀ ਗਈ, ਕੀ ਇਹ ਆਪਾਂ ਸਮਝ ਲਿਆ ਜਾਵੇ ਕਿ ਅੰਦੋਲਨ ਦਾ ਪ੍ਰੈਸ਼ਰ ਜਿਹੜਾ ਆ, ਅੰਦੋਲਨ ਦਾ ਦਬਾਅ ਉਹ ਇਸ ਕਦਰ ਪਹੁੰਚ ਚੁੱਕਿਆ ਕਿ ਹੁਣ ਕਾਰਪੋਰੇਟ ਜਿਹੜੇ ਨੇ ਉਹ ਆਪਣੇ ਪੈਰ ਚੁੱਕ ਕੇ ਹੋਰਨਾਂ ਪਾਸਿਆਂ ਵੱਲ ਜਾਣ ਲੱਗੇ ਨੇ? ਦੇਖੋ, ਇਹ ਬੜੀ ਅਜੀਬ ਜੀ ਪ੍ਰਸਥਿਤੀ ਹੈਗੀ ਹੈ। ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਸੱਤਾ 'ਚ ਆਉਣ ਤੋਂ ਬਾਅਦ ਤੁਰੰਤ ਮੁੰਬਈ ਜਾਂਦੇ ਆ, ਜਿਹਨੂੰ ਬੰਬੇ ਕਹਿੰਦੇ ਆ। ਉੱਥੇ ਜਾ ਕੇ ਜਿਹੜੀ ਕਾਰਪੋਰੇਟ ਲੌਬੀ ਆ ਉਹਨਾਂ ਨਾਲ ਮੀਟਿੰਗਾਂ ਕਰਦੇ ਆ ਕਿ ਜੇ ਤੁਸੀਂ ਇੱਥੇ ਇੰਡਸਟਰੀ ਲਾਓਗੇ, ਸਾਨੂੰ ਇੰਪਲਾਇਮੈਂਟ ਮਿਲੂਗੀ, ਸਾਡੀ ਇਕੋਨਮੀ, ਸਾਨੂੰ ਟੈਕਸ, ਸਾਨੂੰ ਇਹ ਉਹ, ਤੇ ਸਾਡੀ ਥੋੜੀ ਵਾਈਬ੍ਰੈਂਸੀ ਬਣੂਗੀ। ਦੂਜੇ ਪਾਸੇ ਜਿਹੜੇ ਕਿਸਾਨ ਆ ਉਹਨਾਂ ਨੂੰ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਜਦੋਂ ਕਾਰਪੋਰੇਟ ਆਉਂਦਾ, ਉਹ ਉੱਥੋਂ ਦੀ ਜਨਤਾ ਲਈ, ਉੱਥੋਂ ਦੀ ਪਬਲਿਕ ਲਈ, ਉੱਥੋਂ ਦੇ ਵਾਤਾਵਰਨ ਲਈ ਫਾਇਦਾ ਕਰਨ ਦੀ ਜਗ੍ਹਾ ਉਹ ਜ਼ਿਆਦਾ ਨੁਕਸਾਨ ਕਰ ਜਾਂਦਾ ਤੇ ਆਪਣੇ ਫਾਇਦੇ, ਪ੍ਰੋਫਿਟ ਜਿਹਨੂੰ ਕਹਿੰਦੇ ਆ, ਨਫੇ ਕਮਾਉਣ ਲਈ ਆਉਂਦਾ, ਜਨਤਾ ਦੀ ਭਲਾਈ ਲਈ ਨਹੀਂ ਆਉਂਦਾ। ਇਹੀ ਕਾਰਨ ਹੈ ਕਿ ਸਿੱਧਾ ਜਿਹੜੀ ਲੁੱਟ, ਅਡਾਨੀਆਂ, ਬਾਨੀਆਂ ਤੇ ਉਹਨਾਂ ਵਰਗੇ ਹੋਰ ਬੰਦਿਆਂ ਦੀ, ਉਹਦੇ ਵਿਰੁੱਧ ਉਹਨਾਂ ਨੇ ਝੰਡਾ ਚੁੱਕਿਆ। ਮੇਰਾ ਖਿਆਲ ਪੂਰੀ ਦੁਨੀਆ ਦੇ ਵਿੱਚ ਹੀ ਇਹ ਪਹਿਲੀ ਵਾਰੀ ਐਡੀ ਵੱਡੀ ਵਿਸ਼ਾਲ ਮੂਵਮੈਂਟ, ਪਬਲਿਕ ਮੂਵਮੈਂਟ, ਖਾਸ ਕਰਕੇ ਕਿਸਾਨ ਮੂਵਮੈਂਟ ਆ, ਜਿਹੜੀ ਪਾਰਟੀਆਂ ਜਾਂ ਸਰਕਾਰਾਂ ਦੇ ਵਿਰੁੱਧ ਤੇ ਲੜ ਹੀ ਰਹੀ ਹੈ, ਕਾਨੂੰਨਾਂ ਨੂੰ ਵਾਪਸ ਲੈਣ ਲਈ ਤੇ ਦਬਾਅ ਬਣਾ ਹੀ ਰਹੀ ਹੈ, ਪਰ ਨਾਲੋਂ ਨਾਲ ਜਿਹੜੇ ਉਹਨਾਂ ਦੇ ਪਿੱਛੇ, ਸਰਕਾਰ ਦੇ ਪੋਲੀਟੀਕਲ ਬੰਦਿਆਂ ਦੇ ਪਿੱਛੇ ਜਿਹੜੇ ਉਹਨਾਂ ਦੇ ਆਕਾ ਬੈਠੇ ਆ, ਜਿਹੜੇ ਇਹੋ ਜਿਹੇ ਕਾਨੂੰਨ ਲਿਆਉਣ ਲਈ ਉਹਨਾਂ ਨੂੰ ਉਤਸ਼ਾਹਿਤ ਕਰਦੇ ਆ, ਪਾਰਲੀਮੈਂਟ ਰਾਹੀਂ ਪਾਸ ਕਰਨ ਲਈ ਮਜਬੂਰ ਵੀ ਕਰਦੇ ਆ। ਕਹਿੰਦੇ ਫੰਡ ਤਾਂ ਦਾਂਗੇ ਜੇ ਤੁਸੀਂ ਇਹੋ ਜਿਹੇ ਕਾਨੂੰਨ ਬਣਾਓਗੇ ਜਿਹਦੇ 'ਚ ਕਾਰਪੋਰੇਟਾਂ ਨੂੰ ਖੁਦ ਨੂੰ ਫਾਇਦਾ ਹੋਏ। ਤਾਂ ਫਿਰ ਇਹਨਾਂ ਨੇ ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ, ਕਿ ਜਿਹੜਾ ਪਿੱਛੇ ਮੋਦੀ, ਅਮਿਤ ਸ਼ਾਹ ਤੇ ਹੈ ਹੀ ਹੈ, ਇਹ ਤੇ ਸਾਹਮਣੇ ਚੋਰੀ ਕਰਦੇ ਨਜ਼ਰ ਆਉਂਦੇ ਆ, ਪਰ ਇਹਨਾਂ ਦੀ ਜਿਹੜੀ ਅਸਲੀ ਮਾਂ ਪਿੱਛੇ ਅਡਾਨੀ ਅਬਾਨੀ ਬੈਠੇ ਆ, ਉਹਨਾਂ ਨੂੰ ਵੀ ਫੜੋ। ਅਸਲੀ ਪਵਾੜੇ ਦੀ ਜੜ ਉਹ ਹੈਗੀ। ਉਹਦੇ ਤੇ ਤੁਸੀਂ ਲਗਾਤਾਰ ਦੇਖਿਆ, ਭਾਵੇਂ ਉਹ ਮੋਗੇ ਲਾਗੇ ਅਡਾਨੀਆਂ ਦੇ ਸਾਈਲੋਜ਼ ਹੈਗੇ, ਵੱਡੇ ਵੱਡੇ ਗੋਡਾਊਨ ਆ ਅਨਾਜ ਵਾਲੇ, ਉਹਨਾਂ ਦੇ ਉੱਤੇ ਸਾਹਮਣੇ ਧਰਨਾ, ਹੋਰ ਕਈ ਜਗ੍ਹਾ ਉਹਨਾਂ ਦੀਆਂ ਇੱਕ ਚਲੋ ਆ ਤੇ ਕਿਸਾਨਾਂ ਦਾ ਜਿਹੜੇ ਲਾਂਘੇ ਹੁੰਦੇ ਆ, ਜਿਨ੍ਹਾਂ ਨੂੰ ਆਪਾਂ ਟੋਲ ਪਲਾਜ਼ਾ ਕਹਿੰਦੇ ਆ, ਉਹਨਾਂ ਤੇ ਵੀ ਕਰਨਾ, ਉਹ ਵੀ ਸੈਂਟਰ ਦੇ ਆ ਜਾਂ ਹੋਰ ਠੇਕੇਦਾਰਾਂ ਦੇ। ਇਸੇ ਤਰੀਕੇ ਨਾਲ ਬਹੁਤ ਸਾਰੇ ਮਾਲ ਜਿਹੜੇ ਆ ਵੱਡੇ ਵੱਡੇ ਕਾਰਪੋਰੇਟਾਂ ਨੇ, ਉਹਨਾਂ ਦੇ ਵਿਰੁੱਧ ਮੁਜ਼ਾਹਰੇ ਕਰਨੇ। ਇਹ ਪਹਿਲੀ ਵਾਰੀ ਹੈ ਕਿ ਕਿਸਾਨ, ਚੇਤਨ ਕਿਸਾਨ, ਜਿਹੜੇ ਸਮਝਦਾਰ ਕਿਸਾਨ, ਜਿਹੜੇ ਆਪਣੀ ਰਾਜਨੀਤਿਕ ਸੂਝ-ਬੂਝ ਦਾ ਪ੍ਰੂਫ ਦੇ ਰਹੇ ਹੈ ਕਿ ਦੇਖੋ ਅਸਲ 'ਚ ਇਹ ਜਿਹੜੇ ਸਾਹਮਣੇ ਨਚਾਰ ਨੱਚ ਰਹੇ ਆ, ਪੋਲੀਟੀਕਲ ਪਪਿਟਸ ਜਿਹੜੀਆਂ ਡਾਂਸ ਕਰ ਰਹੀਆਂ, ਇਹਨਾਂ ਦੇ ਪਿੱਛੇ ਨਚਾਉਣ ਵਾਲਾ ਬੰਦਾ ਉਹ ਬੈਠੇ ਆ, ਉਹਨਾਂ ਦੀ ਵੀ ਮੰਜੀ ਫੱਟੀ ਪੋਚੋ। ਇਹ ਫੱਟੀ ਪੋਚ ਪ੍ਰੋਗਰਾਮ ਜਿਹੜਾ ਕਿਸਾਨਾਂ ਦਾ, ਉਹਦੇ ਤੌਰ ਤੇ ਜਿਹੜੀ ਖੁਸ਼ਕ ਬੰਦਰਗਾਹ ਇੱਥੇ ਹੈਗੀ ਪੰਜਾਬ ਦੇ ਅੰਦਰ, ਉਸ ਦਾ ਅਸੀਂ ਵੀ ਪੜ੍ਹਿਆ ਕਿ ਉਹ ਬੋਰਡ ਬਾਰਡ ਲਾ ਕੇ ਭੱਜ ਗਏ, ਪਰ ਨਾਲ ਹੀ ਜਿਹੜਾ ਨੁਕਸਾਨ ਵੀ, ਜਿਹੜੇ ਉੱਥੇ ਵਰਕਰ ਕੰਮ ਕਰਦੇ ਸੀਗੇ ਉਹਨਾਂ ਨੂੰ ਵੀ ਮੇਰਾ ਖਿਆਲ ਨੋਟਿਸ ਵਗੈਰਾ ਜਾਰੀ ਹੋ ਗਿਆ ਕਿ ਦੇਖੋ ਅਸੀਂ ਤੇ ਆਪਣੇ ਲੱਗੇ ਭੱਜਣ, ਬੋਰੀਆ ਬਿਸਤਰਾ ਲੱਗੇ ਵਲੇਟਣ, ਤੁਸੀਂ ਵੀ ਆਪਣਾ ਹੁਣ ਆਪਣੀ ਨਵੀਂ ਜਗ੍ਹਾ ਲੱਭੋ। ਕੀ ਉਹ ਇਹ ਵੇਖਣ ਵਾਲੀ ਗੱਲ ਹੋਊਗੀ ਕਿ ਉਹ ਬਿਲਕੁਲ ਹੀ ਇੱਥੇ ਛੱਡ ਕੇ ਤਾਲਾ ਮਾਰ ਕੇ ਭੱਜ ਜਾਂਦੇ ਆ, ਜਾਂ ਚਾਬੀਆਂ ਕੈਪਟਨ ਨੂੰ ਫੜਾ ਜਾਂਦੇ ਆ, ਜਾਂ ਕੋਈ ਫਿਰ ਇਨਡਾਇਰੈਕਟਲੀ ਉਹ ਸਾਰੇ ਸਿਸਟਮ ਨੂੰ ਕਿਸੇ ਹੋਰ ਦਾ ਸੋ ਕਾਲਡ ਠੇਕੇਦਾਰ ਰਾਹੀਂ, ਕਿਸੇ ਮਿਡਲਮੈਨ ਦੇ ਰਾਹੀਂ ਉਸ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਆ। ਇਹ ਤੇ ਆਉਣ ਵਾਲੇ ਸਮੇਂ 'ਚ ਸਾਫ਼ ਹੋ ਜਾਊਗਾ। ਪਰ ਇੱਕ ਗੱਲ ਤੇ ਕਿਸਾਨਾਂ ਦੇ ਦਬਾਅ ਦੀ ਸਾਫ਼-ਸਾਫ਼ ਹੈਗੀ ਆ, ਉਹਨਾਂ ਦੇ ਮੁਜ਼ਾਹਰਿਆਂ ਦੀ, ਰੋਸ਼ ਦੀ ਹੈਗੀ ਹੈ ਕਿ ਵੱਡੀਆਂ ਵੱਡੀਆਂ ਤੋਪਾਂ ਜਿਹੜੀਆਂ
ਮੋਦੀ ਵਰਗੇ ਵੱਡੇ ਬੰਦਿਆਂ ਨੂੰ ਵੀ ਝੁਕਾ ਲੈਂਦੀਆਂ ਸੀ ਕਿਸਾਨਾਂ ਨੇ, ਉਹਨਾਂ ਨੂੰ ਵੀ ਝੁਕਾ ਕੇ ਤੇ ਮੈਦਾਨ ਚੋਂ ਦੌੜਾ ਕੇ ਛੱਡਿਆ। ਇਹ ਛੋਟੀ ਅਚੀਵਮੈਂਟ ਨਹੀਂ, ਇਹਦੇ ਨਾਲ ਜਿਹੜੀ ਲੋਕਾਂ ਦੇ ਵਿੱਚ ਇੱਕ ਨਵੀਂ ਰਾਜਨੀਤਿਕ ਚੇਤਨਤਾ ਵੀ ਪੈਦਾ ਹੋ ਰਹੀ ਆ ਔਰ ਇੱਕ ਆਤਮ ਵਿਸ਼ਵਾਸ, ਆਤਮ ਭਰੋਸਾ ਬਣ ਰਿਹਾ ਕਿ ਅਸੀਂ ਸਿਸਟਮ ਨੂੰ ਜੇ ਇਕੱਠੇ ਹੋ ਜਾਈਏ, ਲੜਨਾ ਸ਼ੁਰੂ ਕਰ ਦਈਏ ਤੇ ਕਾਫੀ ਹੱਦ ਤੱਕ ਸੁਧਾਰ ਸਕਦੇ ਹਾਂ। ਇਹ ਇੱਕ ਆਪਣੇ ਆਪ 'ਚ ਬਹੁਤ ਵੱਡੀ ਪ੍ਰਾਪਤੀ ਹੈਗੀ ਆ ਕਿਸਾਨ ਅੰਦੋਲਨ ਦੀ। ਹਾਂਜੀ ਸੁਖਵਿੰਦਰ ਜੀ 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 ਬਿਲਕੁਲ। ਪ੍ਰੋਫੈਸਰ ਸਾਹਿਬ, ਵਿਚਾਲੇ ਜਦੋਂ ਅਸੀਂ ਕਾਰਪੋਰੇਟਾਂ ਦੀ ਗੱਲ ਪਿਛਲੇ ਜਦੋਂ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ, ਇੱਕ ਵੱਡੇ ਪੱਧਰ ਤੇ ਸਾਹਮਣੇ ਆਈ ਹੈ ਕਿ ਕਾਰਪੋਰੇਟ ਕਿੱਦਾਂ ਆਪਣਾ ਕਬਜ਼ਾ ਜਮਾਉਂਦੇ ਨੇ। ਇਹ ਸਰਕਾਰਾਂ ਦੀ ਕੀ ਮਜਬੂਰੀ ਬਣਦੀ ਹੈ? ਸਰਕਾਰਾਂ ਆਪ ਨਹੀਂ ਰੁਜ਼ਗਾਰ ਪੈਦਾ ਕਰ ਸਕਦੀਆਂ? ਸਰਕਾਰਾਂ ਆਪ ਵਿਕਾਸ ਕਿਉਂ ਨਹੀਂ ਕਰ ਸਕਦੀਆਂ? ਕਿਉਂ ਇਹ ਜਾ ਕੇ ਕਾਰਪੋਰੇਟਾਂ ਨੂੰ ਹੱਥ ਜੋੜਦੇ ਨੇ ਕਿ ਆਓ ਤੁਸੀਂ ਸਾਡੇ ਪੰਜਾਬ 'ਚ ਵਿਕਾਸ ਕਰੋ, ਤੁਸੀਂ ਸਾਡੇ ਸੂਬਿਆਂ ਦੇ ਵਿੱਚ ਵਿਕਾਸ ਕਰੋ, ਤੁਹਾਡੇ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ, ਤੁਹਾਨੂੰ ਅਸੀਂ ਆਹ ਸਬਸਿਡੀ ਦੇਵਾਂਗੇ, ਤੁਹਾਨੂੰ ਅਸੀਂ ਸਸਤੀ ਜ਼ਮੀਨ ਦੇਵਾਂਗੇ, ਤੁਹਾਨੂੰ ਅਸੀਂ ਆਹ ਜਿਹੜੀਆਂ ਮਤਲਬ ਕਿ ਸਕੀਮਾਂ ਦੇਵਾਂਗੇ, ਜਿਹਦੇ ਨਾਲ ਇਹ ਉਹਨਾਂ ਨੂੰ ਨਿਭਾਉਣੇ ਵਾਅਦੇ ਕਰ ਦਿੰਦੀਆਂ ਨੇ। ਜਿਹੜੇ ਇੱਧਰ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਾ ਮਾਡਲ ਜਿਹੜਾ ਸਰਕਾਰਾਂ ਤੈਅ ਕਰ ਸਕਦੀਆਂ, ਉਹਦੇ ਵੱਲ ਕਿਉਂ ਨਹੀਂ ਜਾਂਦੀਆਂ? ਦੇਖੋ, ਦੁਨੀਆ 'ਚ ਦੋ ਪ੍ਰਮੁੱਖ ਮਾਡਲ ਅਰਥ ਵਿਵਸਥਾ ਦੇ ਹੈਗੇ। ਇੱਕ ਚੀਨ ਦਾ, ਜਿਹਨੂੰ ਕਹਿੰਦੇ ਆ ਕੇਂਦਰੀਕਰਨ, ਸਾਰੀ ਸੱਤਾ ਦਾ ਵੀ ਕੇਂਦਰੀਕਰਨ ਤੇ ਆਰਥਿਕ ਵਿਵਸਥਾ ਦਾ ਵੀ ਕੇਂਦਰੀਕਰਨ। ਉਹਨੂੰ ਕਹਿੰਦੇ ਆ ਸੈਂਟਰਲੀ ਪਲੈਨਡ ਸਿਸਟਮ। ਜਿਹੜੀ ਉਹਦੀ ਸਾਰੀ ਯੋਜਨਾ ਆ ਉਹ ਇੱਕ ਸੈਂਟਰਲ ਬੋਰਡ ਸਮਝ ਲਓ, ਜਾਂ ਇੱਕ ਕਾਰਪੋਰੇਟ, ਸਾਰੇ ਦੇਸ਼ ਦੀ ਇੱਕ ਕਾਰਪੋਰੇਟ ਵਾਂਗੂ ਬਿਹੇਵ, ਬਾਡੀ ਕਾਰਪੋਰੇਟ ਵਾਂਗੂ ਬਿਹੇਵ ਕਰਦਾ ਹੈ। ਔਰ ਉਹ ਸਾਰੇ ਦੇਸ਼ ਦੇ ਅੰਦਰ ਜੁੱਤੀਆਂ ਕਿੰਨੀਆਂ ਪੈਦਾ ਕਰਨੀਆਂ, ਕੰਪਿਊਟਰ ਕਿੰਨੇ ਪੈਦਾ ਕਰਨੇ ਆ, IT ਤੇ ਕਿੰਨਾ, ਹੈਲਥ ਤੇ, ਐਜੂਕੇਸ਼ਨ ਤੇ ਕਿੱਥੇ ਕਿੰਨਾ ਪੈਸਾ ਲਾਉਣਾ, ਇਹ ਸੈਂਟਰਲਾਈਜ਼ਡ ਪਲੈਨਿੰਗ ਹੁੰਦੀ ਹੈ। ਔਰ ਕਿੱਥੋਂ ਕਿੱਥੋਂ ਮੁਕਾਬਲਾ ਬਾਹਰਲੇ ਵਿਦੇਸ਼ਾਂ ਤੇ ਕਿਹੜੀ ਕਿਹੜੀ ਕੰਪਨੀ ਦਾ ਕਿੰਨਾ ਪੈ ਰਿਹਾ, ਉਹਨਾਂ ਚੀਜ਼ਾਂ ਨੂੰ ਉਹਨਾਂ ਦੇ ਮੁਕਾਬਲੇ ਤੇ ਕਿਵੇਂ ਢਾਉਣਾ, ਚਿੱਤ ਕਰਕੇ ਤੇ ਉੱਥੇ ਅੱਗੇ ਕਿਵੇਂ ਵਧਣਾ, ਇੱਕ ਉਹ ਤਰੀਕਾ। ਉਹ ਸਾਡੇ ਨਾਲੋਂ ਸੈਂਟਰਲਾਈਜ਼ਡ ਪਲੈਨਿੰਗ ਵਾਲਾ ਜਿਹੜਾ ਸਿਸਟਮ ਆ ਇਸ ਵੇਲੇ 3.5 ਗੁਣਾ ਮਜ਼ਬੂਤ ਆ। ਉਹ ਮਿਲਟਰੀ ਮਾਈਟ ਦੇ ਵਿੱਚ ਵੀ, ਡਿਫੈਂਸ ਫੋਰਸਿਸ ਦੇ ਵਿੱਚ ਵੀ, GDP ਦੇ ਵਿੱਚ ਵੀ, ਪਰ ਕੈਪੀਟਾ ਇਨਕਮ 'ਚ ਵੀ ਕਾਫੀ ਤਕੜਾ ਆ, ਤੇ ਟੋਟਲ ਜਿਹੜੀ ਗ੍ਰੋਸ ਡੋਮੈਸਟਿਕ ਜਿਹੜੀ ਧਨ ਦੌਲਤ ਪੈਦਾ ਕੀਤੀ ਜਾਂਦੀ ਹੈ ਉਹਦੇ ਵਿੱਚ ਵੀ ਸਾਡੇ ਨਾਲੋਂ 3 ਤੋਂ ਲੈ ਕੇ 3.5 ਗੁਣਾ ਜ਼ਿਆਦਾ ਤਕੜਾ ਹੈ। ਔਰ ਇਹ ਜਿਹੜਾ ਜਿੰਨਾ ਪੁਰਾਣਾ ਕਰੋਨਾ ਕਾਲ ਜਿਹਨੂੰ ਕਹਿੰਦੇ ਆ 1.5 ਸਾਲ ਦਾ, ਉਹਦੇ ਵਿੱਚ ਉਹ ਕਮਜ਼ੋਰ ਨਹੀਂ, ਤਕੜਾ ਹੀ ਹੋ ਕੇ ਨਿਕਲਿਆ। ਜਦ ਕਿ ਸਾਡੇ ਇੱਥੇ ਪੂਰੀ ਭੂਤਨੀ ਭੁੱਲੀ ਪਈ ਆ, ਬਹੁਤ ਔਖਾ ਹੋਇਆ ਪਿਆ ਕਿ ਅਸੀਂ ਅਜੇ ਵੀ ਲੋਕਾਂ ਨੂੰ ਸ਼ਾਇਦ ਨੌਕਰੀ ਤੇ ਕੀ ਦੇਣੀ ਆ, 2 ਡੰਗ ਦੀ ਰੋਟੀ ਤੋਂ ਵੀ ਆਤਰ ਨਾ ਕਰ ਦਈਏ। ਇਹ ਜਿਹੜਾ ਸਾਡਾ ਸਿਸਟਮ ਆ, ਇਹਦੇ ਵਿੱਚ ਜਿਹੜਾ ਤੁਹਾਡਾ ਸਵਾਲ ਹੈ ਕਿ ਇੰਜ ਕਿਉਂ ਕਰਦੇ ਆ, ਇਹਦੇ 'ਚ ਬੜਾ ਸਾਫ਼ ਆ। ਸਾਡੇ ਤੇ ਬਹੁਤ ਹੀ ਹਾਰਡ ਅਰਨਡ ਮਨੀ ਦੇ ਨਾਲ ਬਣਾਇਆ ਪਬਲਿਕ ਸੈਕਟਰ। ਪਬਲਿਕ ਸੈਕਟਰ ਕਿਸੇ ਨੇ, ਨਹਿਰੂ ਨੇ ਜਾਂ ਇੰਦਰਾ ਨੇ ਕੋਈ ਜੇਬ 'ਚੋਂ ਥੋੜੀ ਲਾ ਕੇ ਪੈਸੇ ਬਣਾਤੇ। ਉਹਨਾਂ ਦੇ ਕਿਹੜੇ ਹਾਲ ਚੱਲਦੇ ਸੀਗੇ? ਕੋਈ ਉਹਨਾਂ ਦੀਆਂ ਜ਼ਮੀਨਾਂ ਸੀ ਜਿੱਥੋਂ ਪੈਸੇ ਪੈਦਾ ਕਰਕੇ ਤੇ ਉਹਨਾਂ ਨੇ ਪਬਲਿਕ ਸੈਕਟਰ ਬਣਾਤਾ। ਸਾਡੀ ਹੀ ਸਿਰ ਮੁੰਨਿਆ ਉਹ ਬੈਂਕਾਂ ਰਾਹੀਂ ਪੈਸਾ ਲਾ ਕੇ, ਸਾਰਾ ਲਾ ਕੇ, ਬੜੀ ਮਿਹਨਤ ਦੇ ਨਾਲ ਇੱਕ ਸਟੇਜ ਦੇ ਉੱਤੇ ਅੱਧੋਂ ਵੱਧ GDP ਸਾਡੀ ਜਿਹੜੀ ਹੈ ਧਨ ਦੌਲਤ ਪਬਲਿਕ ਸੈਕਟਰ 'ਚ ਪੈਦਾ ਹੁੰਦੀ ਸੀ, ਤੇ ਅੱਧਿਓਂ ਘੱਟ 50 ਜਾਨੀ 48-47% ਜਿਹੜੀ ਦੇਸ਼ ਦੀ ਧਨ ਦੌਲਤ ਉਹ ਪ੍ਰਾਈਵੇਟ ਹੱਥਾਂ ਰਾਹੀਂ ਪੈਦਾ ਹੁੰਦੀ ਸੀ। ਇਸ ਗੱਲ ਲਈ ਇਹ ਕਿ ਪਬਲਿਕ ਸੈਕਟਰ ਮਜ਼ਬੂਤ ਹੋਵੇ, ਜਿੱਥੇ ਲੋਕਾਂ ਦੀਆਂ ਸੁੱਖ ਸਹੂਲਤਾਂ ਚੰਗੀਆਂ ਹੋਣ, ਉਹਨਾਂ ਦੀ ਜੌਬ ਦੀ ਸਿਕਿਉਰਿਟੀ ਹੋਵੇ, ਉਹਨਾਂ ਨੂੰ ਪੈਨਸ਼ਨ ਮਿਲੇ, ਸਾਰਾ ਕੁਝ ਇੱਕ ਚੰਗਾ ਹੋਵੇ, ਉਹ ਬਿਲਕੁਲ ਹੀ ਜਿਹੜੀ ਇੰਟਰਨੈਸ਼ਨਲ ਕਾਰਪੋਰੇਟਸ ਟਾਈਪ ਏਜੰਸੀਆਂ ਹੈਗੀਆਂ, ਜਿਨ੍ਹਾਂ ਨੂੰ ਤੁਸੀਂ ਕਹੋ ਵਰਲਡ ਬੈਂਕ ਹੈ, ਜਿਹੜੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਆ, ਇੰਟਰਨੈਸ਼ਨਲ ਮੋਨਿਟਰੀ ਫੰਡ ਆ, ਉਹਨਾਂ ਨੇ ਗਾਂ ਇੱਕ ਆਪਣੀ ਹੋਰ ਟ੍ਰੇਡ ਬਾਡੀ ਬਣਾਈ ਹੋਈ ਹੈ ਜਿਹਨੂੰ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਕਹਿੰਦੇ। ਇਹ ਮਿਲ ਕੇ ਇਹੋ ਜਿਹੇ ਦੇਸ਼ਾਂ ਦੀਆਂ ਬਾਹਾਂ ਮਰੋੜਦੇ ਆ ਜਿਹੜੀਆਂ ਲਿਬਰਲ ਡੈਮੋਕ੍ਰੇਸੀ ਦੀਆਂ, ਕਿ ਤੁਸੀਂ ਆਪਣੇ ਲੋਕਾਂ ਨੂੰ ਸੁੱਖ ਨਹੀਂ ਦੇ ਸਕਦੇ, ਤੁਸੀਂ ਲੋਕਾਂ ਨੂੰ ਪੈਨਸ਼ਨ ਨਹੀਂ ਦੇ ਸਕਦੇ, ਤੁਸੀਂ ਲੋਕਾਂ ਨੂੰ ਫਾਰਮਰ ਨੂੰ ਸਬਸਿਡੀ ਨਹੀਂ ਦੇ ਸਕਦੇ। ਹੱਦ ਹੋ ਗਈ ਆ। ਅਸੀਂ ਆਜ਼ਾਦ ਮੁਲਕ ਆ ਜਾਂ ਅਸੀਂ ਗੁਲਾਮ ਮੁਲਕ ਆ? ਸਾਡਾ ਪੈਸਾ, ਸਾਡੇ ਹੀ ਲੋਕ, ਅਸੀਂ ਉਹਨਾਂ ਦਾ ਵੈਲਫੇਅਰ ਉਹਨਾਂ ਦਾ ਕਿਉਂ ਨਹੀਂ ਕਰ ਸਕਦੇ ਬਈ? ਅਸੀਂ ਕਿਸੇ ਨੂੰ ਜੇ ਸੋਸ਼ਲ ਸਿਕਿਉਰਿਟੀ ਦਿੰਦੇ ਹੈਗੀ ਆ, ਜਾਂ ਕਿਸੇ ਨੂੰ ਪੈਨਸ਼ਨ ਦਿੰਦੇ ਆ, ਜਾਂ ਕਿਸੇ ਨੂੰ ਸਬਸਿਡੀ ਦਿੰਦੇ ਆ, ਜਾਂ ਫ੍ਰੀ ਬਿਜਲੀ ਦਿੰਦੇ ਆ, ਇਹਨਾਂ ਦੇ ਢਿੱਡ 'ਚ ਕੀ ਪੀੜ ਹੁੰਦੀ ਹੈ ਤੁਸੀਂ ਸੋਚੋ। ਇਹਨਾਂ ਦੇ ਇਹ ਹੁੰਦੀ ਹੈ ਕਿ ਜੇ ਇੱਥੇ ਦੀ ਅਰਥ ਵਿਵਸਥਾ ਕਮਜ਼ੋਰ ਹੋਵੇ, ਇਹਨਾਂ ਦੇ ਇੱਥੇ ਸੰਕਟ ਪੈਦਾ ਹੋਵੇ, ਇਹ ਸਾਡੇ ਕੋਲ ਇਹਨਾਂ ਦਾ ਬਜਟ ਦੇ ਵਿੱਚ ਘਾਟਾ ਪਵੇ, ਵਰਲਡ ਬੈਂਕ ਦੇ ਕੋਲ ਮੂੰਹ ਵੱਲ ਦੇਖਣ, ਉਹ ਆਪਣਾ ਪੈਸਾ
ਮੰਗਣ ਵਰਲਡ ਬੈਂਕ ਤੋਂ ਜਾ ਕੇ ਕਿ ਸਾਨੂੰ ਕਰਜ਼ਾ ਦੇ ਦਿਓ, IMF ਤੋਂ ਕਰਜ਼ਾ ਮੰਗਣ, ਅਸੀਂ ਉਹਨਾਂ ਦੇ ਕਰਜ਼ਾਈ ਹੋਈਏ, ਉਹ ਕਰਜ਼ਾ ਤੇ ਦੇ ਦੇਣ, ਨਾਲੇ ਇਹ ਕਹਿਣਗੇ ਅਸੀਂ ਤੇ ਕਰਜ਼ਾ ਫਲਾਂ ਜਗ੍ਹਾ ਲਈ ਦੇਵਾਂਗੇ ਔਰ ਉਹਦੇ 'ਚ ਇੰਨੇ % ਸਾਡੇ ਬੰਦੇ ਸੁਪਰਵਾਈਜ਼ਰੀ ਦੇ ਤੌਰ ਤੇ ਤਨਖਾਹਾਂ ਲੈਣਗੇ। ਇਹ ਕਿੰਨੇ ਪ੍ਰੋਜੈਕਟ ਇਹੋ ਜਿਹੇ ਹੁੰਦੇ, ਜਾਣੀ ਦੇਣਾ ਆ ਵਿੱਚ ਤੇ ਨਾਲ ਹੀ ਪਿੱਛੋਂ ਵੱਡੇ ਪੱਧਰ ਦੇ ਉੱਤੇ ਇੰਟਰਸਟ ਵੀ ਲਾ ਲੈਣਾ ਤੇ ਨਾਲ ਉਹਦੇ ਚੋਂ ਖਾ ਵੀ ਲੈਣਾ ਸਿੱਧੇ ਤੌਰ ਤੇ, ਜਾਣੀ ਕਾਂਟਰੈਕਟ ਕਰਕੇ। ਉਹ ਉਹਨਾਂ ਦਾ ਕੰਮ ਇਹ ਹੈ ਕਿ ਇਹਨਾਂ ਦੇਸ਼ਾਂ ਦੇ ਲੋਕਾਂ ਨੂੰ ਤੇ ਇੱਥੋਂ ਦੀ ਅਰਥ ਵਿਵਸਥਾ ਨੂੰ ਕਮਜ਼ੋਰ ਕਰਕੇ ਇੱਕ ਨਵ ਬਸਤੀਵਾਦ ਤੁਸੀਂ ਕਹਿ ਲਓ, ਉਸ ਕਿਸਮ ਦਾ ਇੱਕ ਅਰਥ ਵਿਵਸਥਾ ਕਾਇਮ ਕਰਨੀ ਆ ਜਿੱਥੇ ਇਸ ਜਿਹੜੇ ਡਿਵੈਲਪਿੰਗ ਕੰਟਰੀ ਆ ਉਹ ਕਮਜ਼ੋਰ ਹੋ ਜਾਣ। ਇਹੀ ਸਾਰਾ ਕੁਝ ਮੋਦੀ ਬੜੀ ਇਮਾਨਦਾਰੀ ਨਾਲ ਅਡਾਨੀਆਂ ਅਬਾਨੀਆਂ ਨਾਲ ਮਿਲ ਕੇ ਉਹ ਕਰ ਰਿਹਾ। ਔਰ ਕੁਝ ਕੁ ਬੰਦਿਆਂ ਨੂੰ ਅੱਛਾ ਉਹਨਾਂ ਨੂੰ ਕੀ ਚਾਹੀਦਾ, ਉਹ ਨਹੀਂ ਵਰਲਡ ਬੈਂਕ ਹੁਣ ਜਾ ਕੇ ਆ ਜਿਹੜੇ ਛੋਟੇ ਜਿੱਥੇ 93% ਲੋਕਾਂ ਦੇ ਜਿਹੜਾ ਰੁਜ਼ਗਾਰ ਦਿੱਤਾ ਜਾਂਦਾ ਹੈ, 93% ਲੋਕਾਂ ਦਾ ਰੁਜ਼ਗਾਰ ਅਨਆਰਗੇਨਾਈਜ਼ਡ ਸੈਕਟਰ ਦੇ ਵਿੱਚ, ਆਰਗੇਨਾਈਜ਼ਡ ਸੈਕਟਰ 'ਚ ਸਿਰਫ 7% ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਂਦਾ। ਪਰ ਜਿਹੜੀ ਦੇਸ਼ ਦੀ ਅਰਥ ਵਿਵਸਥਾ ਹੈ ਉਹਦਾ ਤਕਰੀਬਨ 3/4 ਦੇ ਉੱਤੇ 1-2% ਲੋਕਾਂ ਦਾ ਕਬਜ਼ਾ ਹੈ। ਇਹਦੇ ਉਲਟ ਹੈ, ਜਾਨੀ ਰੁਜ਼ਗਾਰ ਨਹੀਂ ਦੇਣਾ, ਪੈਸੇ ਤੇ ਕਬਜ਼ਾ ਕਰਨਾ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ, ਉਹ ਵੀ ਚਾਹੁੰਦੇ ਆ ਕਿ ਜੇ 10-15-20 ਬੰਦੇ ਅਡਾਨੀ ਬਾਨੀਆਂ ਵਰਗੇ ਹੋਣ, ਮੋਟੀਆਂ ਸਾਮੀਆਂ ਹੋਣ ਤੇ ਉਹਨਾਂ ਨੂੰ ਮੋਟਾ ਕਰਜ਼ਾ ਦੇਈਏ ਅਸੀਂ ਸਿੱਧਾ ਉਹਨਾਂ ਨੂੰ ਵੀ ਇਹ ਚੰਗਾ ਲੱਗਦਾ। ਰੇੜੀ ਫੜੀ ਵਾਲਿਆਂ ਨੂੰ ਕਰਜ਼ਾ ਦੇ ਕੇ, ਪਿੰਡਾਂ 'ਚ ਕਿਸਾਨਾਂ ਨੂੰ ਕਰਜ਼ਾ ਦੇ ਕੇ ਮੁੜ ਕੇ ਲੈਣਾ ਕਿਸ ਤਰ੍ਹਾਂ ਉਹਨਾਂ ਨੇ। ਇਹ ਸਾਰੀ ਇੱਕ ਬ੍ਰੌਡਰ ਸਕੀਮ ਦਾ ਪਲਾਨ ਦਾ ਹਿੱਸਾ ਆ ਕਿ ਆਮ ਜਨਤਾ ਨੂੰ ਕਮਜ਼ੋਰ ਕੀਤਾ ਜਾਏ ਤਾਂ ਕਿ ਉਹ ਸਸਤੀ ਲੇਬਰ ਲੈ ਕੇ ਮਾਰਕੀਟ ਵਿੱਚ ਆਉਣ, ਥੋੜੇ ਤੋਂ ਥੋੜੇ ਪੈਸੇ ਤੇ ਭੁੱਖੇ ਮਰਦੇ ਕੰਮ ਕਰਨ ਲਈ ਤਿਆਰ ਹੋ ਜਾਣ। ਉਹਨਾਂ ਦੇ ਜਾਨੀ ਕੱਪੜੇ ਲਾਉਣ ਦੀ ਸਕੀਮ ਜਿਹੜੀ ਹੈ ਇਹ ਲਗਾਤਾਰ ਸਰਕਾਰਾਂ ਰਾਹੀਂ ਕਰਵਾਉਂਦੇ ਰਹਿੰਦੇ ਆ। ਤੁਹਾਡੇ ਸਾਹਮਣੇ ਹੀ ਆ 20 ਲੱਖ ਕਰੋੜ ਰੁਪਏ ਦਾ ਲੋਕਾਂ ਨੂੰ ਮਦਦ ਦੇਣ ਦਾ ਵਾਅਦਾ ਕੀਤਾ ਸੀਗਾ ਤੇ ਮੈਨੂੰ ਨਹੀਂ ਲੱਗਦਾ 1 ਲੱਖ ਕਰੋੜ ਰੁਪਏ ਦੀ ਵੀ ਕਿਸੇ ਕਿਸਮ ਦੀ ਮਦਦ ਕੀਤੀ ਹੋਵੇ। ਇੱਕ ਟੀਕੇ ਜਿਹੜੀ ਸਾਰੀ ਦੁਨੀਆ ਨੇ ਮੁਫਤ ਲਾਏ ਆਪਣੀ ਜਨਤਾ ਨੂੰ, ਟੀਕੇ ਲਾਉਣ ਦਾ ਮੁਫਤ ਕੀ ਲੋਕਾਂ ਦੇ ਪੈਸੇ ਦੇ ਹੀ, ਮੁਫਤ ਇਹ ਨਹੀਂ ਗਾ ਮਤਲਬ ਕਿ ਮੋਦੀ ਨੇ ਪੈਸੇ ਕਿਤੇ ਲਿਆ ਕੇ ਤੇ ਲੋਕਾਂ 'ਚ ਮੁਫਤ ਵੰਡਤੇ, ਇਸ ਤਰ੍ਹਾਂ ਨਹੀਂ ਹੈਗਾ ਕਿ ਜਾਂ ਕਿਸੇ ਦੇਸ਼ ਤੋਂ ਮਦਦ ਲੈ ਕੇ ਮੁਫਤ ਟੀਕੇ। ਸਾਡੇ ਬਜਟ 'ਚੋਂ ਪੈਸੇ ਸਾਨੂੰ ਟੀਕੇ ਲਾ ਕੇ ਇਹ ਜਿਹੜੀਆਂ ਵੱਡੀਆਂ ਫੋਟੋਆਂ ਲਵਾਈਆਂ ਹੋਈਆਂ ਸਾਰੀਆਂ ਗੈਸ ਸਟੇਸ਼ਨਾਂ ਤੇ ਟੀਕਿਆਂ ਦਾ ਕੀ ਕੰਮ ਆ, ਮੈਨੂੰ ਇਹ ਦੱਸੋ। ਤੁਸੀਂ ਹਸਪਤਾਲਾਂ ਦੇ ਬਾਹਰ ਲਵਾ ਲਓ ਆਪਣੀ ਫੋਟੋ ਲਵਾਉਣੀ ਹੈ, ਗੈਸ ਸਟੇਸ਼ਨਾਂ ਤੇ ਟੀਕਾ ਲਵਾਉਣ ਦਾ ਉੱਥੇ ਕਿਹੜਾ ਕੰਮ। ਮਤਲਬ ਉਸ ਦੇ ਉੱਤੇ ਵੀ ਪੈਸੇ ਸਰ ਲੋਕਾਂ ਦੇ, ਜਾਨੀ ਲੋਕਾਂ ਦੇ ਪੈਸੇ, ਟੀਕੇ ਵੀ ਲੋਕਾਂ ਦੇ, ਲੋਕਾਂ ਨੂੰ ਮੁਫਤ ਕਹਿ ਕੇ ਫੋਟੋਆਂ ਦੇ ਉੱਤੇ ਵੀ ਪੈਸੇ ਲੋਕਾਂ ਦੇ ਤੇ ਮਸ਼ਹੂਰੀ ਕੰਪਨੀ ਦੀ। ਹੱਦ ਹੋ ਗਈ ਹੈ, ਕਿਹਦਾ ਬੇਵਕੂਫ ਬਣਾਉਂਦੇ। ਇਹ ਸਾਰਾ ਇੱਕ ਘੱਲੂਘਾਰਾ ਜਾਨੀ ਘੁੰਮਣ ਘੇਰੀ ਜੀ ਹੈਗੀ ਹੈ ਸੁਖਵਿੰਦਰ। ਜੇ ਅਸੀਂ ਇਹਦੇ ਨਟ ਬੋਲਟਸ ਨਹੀਂ ਸਮਝਦੇ ਤਾਂ ਅਸੀਂ ਐਵੇਂ ਮੱਥਾ ਮਾਰੀ ਜਾਂਦੇ ਹਾਂ। ਪਰ ਮੈਂ ਇਸ ਸਮਝ ਦੀ ਬੈਕਗ੍ਰਾਉਂਡ 'ਚ ਇਹ ਕਹਿਣਾ ਆ ਕਿ ਸਰਕਾਰਾਂ ਨੇ ਆਉਣ ਵਾਲੇ ਸਮੇਂ 'ਚ ਜਿਹੋ ਜਿਹੀ ਸਰਕਾਰਾਂ ਹੁਣ ਲਿਆਂਦੀਆਂ ਮੋਦੀ ਸਰਕਾਰਾਂ, ਇਹ ਬਿਲਕੁਲ ਕਾਰਪੋਰੇਟ ਭਗਤ ਆ, ਉਹਨਾਂ ਤੋਂ ਮੋਟੇ ਫੰਡ ਲੈਂਦੇ ਆ ਕਿ ਅਡਾਨੀ ਨੂੰ ਕਹਿੰਦੇ ਆ ਤੂੰ ਮਹਾਰਾਸ਼ਟਰ ਦਾ ਖਰਚਾ ਜਿੰਨਾ ਆਇਆ ਦੇ ਦਿਓ। ਮੈਂ ਵੈਸੇ ਕਹਿ ਰਿਹਾ, ਮਤਲਬ ਇਹ ਤਰੀਕਾ ਉਹਨਾਂ ਦਾ ਕੰਮ ਕਰਨ ਦਾ, ਇਹ ਨਹੀਂ ਕਿ ਉਹ ਵਾਕਿਆ ਮੈਂ ਕੋਈ ਤੁਹਾਨੂੰ ਪ੍ਰੂਫ ਦੇ ਆਧਾਰ ਤੇ ਕਹਿ ਰਿਹਾ। ਕਿਸੇ ਦੂਜੇ ਵੱਡੇ ਕਾਰਪੋਰੇਟ ਨੂੰ ਕਹਿਣਾ ਵੀ ਯੂਪੀ ਬੜਾ ਵੱਡਾ ਆ, ਸਾਰਾ ਉੱਥੇ ਖਰਚਾ ਤੂੰ ਇਲੈਕਸ਼ਨਾਂ ਦਾ ਚੁੱਕਣਾ ਆ, ਜਿੰਨਾ ਵੀ ਤੇਲ ਪਏ ਹੋਰ ਪਏ, ਦਫ਼ਤਰਾਂ ਦਾ ਖਰਚਾ, ਫਲੈਕਸਾਂ ਦਾ ਖਰਚਾ, ਗੱਡੀਆਂ ਦਾ ਖਰਚਾ, ਹੋਰ ਰੋਟਾਂ ਲੋਕਾਂ ਨੂੰ ਦਾਰੂਆਂ ਪਿਆਉਣ ਦਾ ਖਰਚਾ ਤੇ ਪੈਸੇ ਵੰਡਣ ਦਾ ਖਰਚਾ, ਇਹ ਸਾਰਾ ਤੇਰਾ ਹੋਊਗਾ। ਬੰਦੇ 10 ਦੇ ਉਹਨਾਂ ਨੂੰ ਬਿੱਲ ਫੜਾਈ ਜਾਵਾਂਗੇ, ਉਹ ਪੈਸੇ ਦੇਈ ਜਾਣ। ਇਹ ਠੇਕੇਦਾਰੀ ਇਲੈਕਸ਼ਨਾਂ 'ਚ ਇਹਨਾਂ ਕਾਰਪੋਰੇਟਾਂ ਦੇ ਸਿਰ ਤੇ ਚੱਲਦੀ ਹੈ। ਜਦੋਂ ਸੱਤਾ ਆ ਜਾਂਦੀ ਆ ਫਿਰ ਉਹਨਾਂ ਦੇ ਹੀ ਮੈਨੇਜਰ ਦੇ ਤੌਰ ਤੇ ਕੰਮ ਕਰਦੇ, ਉਹਨਾਂ ਦੇ ਚੌਕੀਦਾਰਾਂ ਦੇ ਤੌਰ ਤੇ ਕੰਮ ਕਰਦੇ ਆ। ਜਿੰਨੀ ਛੇਤੀ ਇਹ ਨੈਕਸਸ ਜਿਹੜੇ ਸਾਡੇ ਪੋਲੀਟੀਸ਼ੀਅਨਾਂ ਦਾ ਕਾਰਪੋਰੇਟਾਂ ਦੇ ਨਾਲ ਹੈਗਾ ਇੱਕ ਦੂਜੇ ਨੂੰ ਮਦਦ ਕਰਨ ਦਾ, ਉਹ ਇਹਨਾਂ ਨੂੰ ਬੈਂਕਾਂ ਦੇ ਪੈਸੇ ਸਿੱਧੇ ਲੁਟਾਈ ਜਾਂਦੇ ਆ। ਲੈ ਲਓ ਮੁੜ ਕੇ ਵਾਪਸ ਨਾ ਕਰਿਓ, ਨਾਲ ਹੀ ਕਹਿੰਦੇ ਅੱਖ ਮਾਰ ਕੇ, ਤੇ ਬੈਂਕ ਨੂੰ ਫੋਨ ਕਰ ਦਿੰਦੇ ਮੈਨੇਜਰ ਨੂੰ, ਖਾਸ ਕਰ ਸਰਕਾਰੀ ਬੈਂਕਾਂ ਨੂੰ, ਕਿ ਦੇ ਦਿਓ ਜੀ ਕੋਈ ਨਹੀਂ 1000 ਕਰੋੜ ਦੇ ਦਿਓ ਜੀ, 20,000 ਕਰੋੜ ਰੁਪਈਆ ਕੋਈ ਨਹੀਂ। ਉਹ 2 ਸਾਲ ਐਸ਼-ਊਸ਼ ਕਰਕੇ ਮਗਰੋਂ ਕਹਿੰਦੇ ਜੀ ਉਹ ਤੇ ਉੱਡ ਗਏ, ਕੱਖ ਨਹੀਂ ਬਣਿਆ, NPA ਹੋ ਗਿਆ। ਇਹ ਸਾਰਾ ਕੁਝ ਚੱਲ ਰਿਹਾ ਦੇਸ਼ ਦੇ ਅੰਦਰ। ਇਸੇ ਕਰਕੇ ਸਾਡੇ ਦੇਸ਼ ਦਾ ਹੁਣ 올림픽 ਸ਼ੁਰੂ ਹੋ ਗਈਆਂ, ਸਿਰ ਨੀਵਾਂ ਹੁੰਦਾ ਆ। ਕੀ ਕੰਮ ਚੱਲਿਆ ਆ, ਕਿੱਦਾਂ ਤੁਹਾਡੇ ਸਾਹਮਣੇ ਦੇਖ ਲਿਓ ਕਿੰਨੇ ਕਿਆ ਮੈਡਲ ਜਿਹੜੇ ਕਿੰਨਾ ਕਾ ਐਡਾ ਵੱਡਾ 135 ਕਰੋੜ ਦੀ ਪਾਪੂਲੇਸ਼ਨ ਦਾ ਦੇਸ਼ ਹੋਵੇ ਤੇ ਉਹਦੇ ਵਿੱਚ ਤੁਹਾਨੂੰ ਮਤਲਬ ਇਹੋ ਜਿਹਾ ਨਮੋਸ਼ੀਆਂ ਜਿਹੜੀਆਂ ਸਾਹਮਣੇ, ਕਿਉਂਕਿ ਅਸੀਂ ਬੇਸਿਕਲੀ ਚੋਰਾਂ ਦੇ ਹੱਥ, ਡਾਕੂਆਂ ਦੇ
ਹੱਥ ਉਸ ਕਿਸਮ ਦੇ ਲੋਕ ਜਿਹੜੇ ਜਿਨ੍ਹਾਂ ਦੇ ਉੱਤੇ 42% ਲੋਕਾਂ ਦੇ ਉੱਤੇ ਕ੍ਰਿਮੀਨਲ ਕੇਸ ਹੋਣ, ਉਹਨਾਂ ਦੀ ਕੈਬਨਿਟ ਦੇ ਮੈਂਬਰਾਂ ਦੇ ਉੱਤੇ 42% ਤੇ 2 3 4% ਨਹੀਂ ਮੈਂ ਕਹਿ ਰਿਹਾ, 42% ਦੇ, ਜਾਣੀ ਜਿਹੜੀ ਇਸ ਤਰ੍ਹਾਂ ਦਾ ਮਤਲਬ ਕ੍ਰਿਮੀਨਲ ਲੋਕਾਂ ਦੀਆਂ ਸਰਕਾਰਾਂ ਹੋਣ ਤਾਂ ਕੀ ਲੋਕਾਂ ਦਾ ਤੁਸੀਂ ਭਲਾ ਦੀ ਕਿੱਥੋਂ ਉਮੀਦ ਕਰ ਸਕਦੇ ਆ। ਇਸੇ ਕਰਕੇ ਜਿਹੜਾ ਹੋਣ ਵਾਲਾ ਕਿਸਾਨਾਂ ਦਾ ਅੰਦੋਲਨ ਹੈ, ਇਹ ਬਹੁਤ ਹੀ ਅਤੀ ਮਹੱਤਵਪੂਰਨ ਅੰਦੋਲਨ ਹੈ, ਜਿਹੜਾ ਦੁਨੀਆ ਨੂੰ ਇੱਕ ਵਿਕਲਪਿਕ ਅਲਟਰਨੇਟਿਵ ਰਾਜਨੀਤੀ, ਲੋਕਪ੍ਰਿय ਰਾਜਨੀਤੀ, ਲੋਕਤੰਤਰਿਕ ਪ੍ਰਣਾਲੀ ਦੇ ਲਈ ਉਤਸ਼ਾਹਿਤ ਵੀ ਕਰਦਾ ਤੇ ਉਹਦੇ ਲਈ ਇੱਕ ਰਸਤਾ ਵੀ ਦਿਖਾਉਂਦਾ। ਹਾਂਜੀ ਸੁਖਵਿੰਦਰ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਮੇਰਾ ਆਖਰੀ ਸਵਾਲ ਇਹ ਹੈ ਕਿ ਅੰਦੋਲਨ ਦੇ ਬਾਰੇ, ਕਿਸਾਨੀ ਸਮੱਸਿਆਵਾਂ ਦੇ ਬਾਰੇ ਪਹਿਲਾਂ ਵੀ ਬੜਾ ਕੁਝ ਜਿਹੜਾ ਉਹ ਵਿਦਵਾਨਾਂ ਨੇ, ਬੁੱਧੀਜੀਵੀਆਂ ਨੇ ਲਿਆ ਕੇ ਮੀਡੀਆ ਦੇ ਸਾਹਮਣੇ ਰੱਖਿਆ, ਅੱਜ ਵੀ ਰੱਖ ਰਹੇ ਨੇ। ਇਸ ਤੋਂ ਪਹਿਲਾਂ ਜਦੋਂ ਪੰਜਾਬ ਦੀਆਂ ਸਮੱਸਿਆਵਾਂ ਸੀਗੀਆਂ, ਖੁਦਕੁਸ਼ੀਆਂ ਨੂੰ ਲੈ ਕੇ, ਕਿਸਾਨ ਖੁਦਕੁਸ਼ੀਆਂ ਹੋ ਗਈਆਂ ਜਾਂ ਕਿਸਾਨੀ ਕਰਜ਼ਾ ਹੋ ਗਿਆ, ਉਹ ਵੀ ਸਾਰਾ ਕੁਝ ਆਰਟੀਕਲ ਦੇ ਜ਼ਰੀਏ ਜਾਂ ਫਿਰ ਕਿਸਾਨਾਂ ਦੇ ਅੰਦੋਲਨਾਂ ਦੇ ਜਿਹੜੇ ਧਰਨੇ ਇੱਥੇ ਪੰਜਾਬ ਵਿੱਚ ਲੱਗਦੇ, ਉਹਨਾਂ ਜ਼ਰੀਏ ਸਾਰਾ ਕੁਝ ਸਾਹਮਣੇ ਆਉਂਦਾ ਰਿਹਾ। ਅੱਜ ਵੀ ਸਾਹਮਣੇ ਆ ਰਿਹਾ ਕਿ ਕਿਸਾਨੀ ਮਸਲਿਆਂ ਦਾ ਹੱਲ ਕੀ ਹੈ। ਪਰ ਹੁਣ ਇੱਕ ਜਦ ਕਹਿ ਲਈਏ ਕਿ ਸਿਆਸਤ ਕਰਨੀ ਹੁੰਦੀ ਹੈ, ਨਵਜੋਤ ਸਿੱਧੂ ਦੇ ਬਿਆਨ ਨੂੰ ਲੈ ਕੇ ਚਰਚਾ ਹੋ ਰਹੀ ਹੈ। ਮੈਂ ਸਵਾਲ ਇਸ ਕਰਕੇ ਕਰ ਰਿਹਾ ਕਿ ਸਿੱਧੂ ਸਾਹਿਬ ਪਹਿਲਾਂ ਤਾਂ ਟਵੀਟਾਂ ਦੇ ਉੱਤੇ ਕਿਸਾਨੀ ਮਸਲਿਆਂ ਦੇ ਹੱਲ ਦੀ ਗੱਲ ਕਰਦੇ ਨੇ, ਫਿਰ ਬਾਅਦ ਵਿੱਚ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿੱਥੇ ਕਿਹਾ ਜਾਂਦਾ ਹੈ ਕਿ ਕਿਸਾਨ ਆ ਕੇ ਮੇਰੇ ਨਾਲ ਗੱਲ ਕਰਨ, ਮੈਂ ਉਹਨਾਂ ਨੂੰ ਸੱਦਾ ਦਿੰਦਾ। ਪਰ ਜਦੋਂ ਮਸਲਿਆਂ ਦਾ ਹੱਲ ਵੱਡੇ ਵੱਡੇ ਅਰਥ ਸ਼ਾਸਤਰੀ ਜਿਹੜੇ ਨੇ ਉਹ ਦੱਸ ਰਹੇ ਨੇ ਕਿ ਕਿਸਾਨਾਂ ਦੀ ਆਹ ਸਮੱਸਿਆ ਹੈ, ਇਹਦਾ ਹੱਲ ਇੱਥੋਂ ਨਿਕਲਦਾ, ਫਿਰ ਇਸ ਤਰ੍ਹਾਂ ਸਿਆਸਤ ਕਿਉਂ ਕੀਤੀ ਜਾਂਦੀ ਹੈ? ਦੇਖੋ ਸੁਖਵਿੰਦਰ, ਉਹ ਮੈਂ ਸਾਰੀ ਵਾਰਤਾਲਾਪ ਜਿਹੜੀ ਤੁਸੀਂ ਸੋਸ਼ਲ ਮੀਡੀਆ ਤੇ ਸੁਣੀ ਉਹ ਤੇ ਨਹੀਂ ਮੈਂ ਸੁਣੀ, ਪਰ ਮੈਂ ਇਹ ਗੱਲ ਜ਼ਰੂਰ ਕਹਿ ਦਿੰਦਾ ਕਿ ਜੇ ਤੇ ਆਪਾਂ ਇਹ ਗੱਲਾਂ ਕਰਕੇ ਨਵਜੋਤ ਸਿੰਘ ਸਿੱਧੂ ਦੇ ਅੱਜ ਦੀ ਤਰੀਕ ਦੇ ਵਿੱਚ ਇਹ ਸ਼ੱਕ ਪੈਦਾ ਕਰਨਾ ਚਾਹੁੰਦੇ ਹਾਂ ਕਿ ਉਹ ਇਮਾਨਦਾਰ ਨਹੀਂ, ਉਹ ਸਿਆਣਾ ਨਹੀਂ, ਉਹ ਕਿਸਾਨਾਂ ਪ੍ਰਤੀ ਸੁਹਿਰਦ ਨਹੀਂ, ਤਾਂ ਮੈਨੂੰ ਲੱਗਦਾ ਇਹ ਬਹੁਤਾ ਠੀਕ ਨਹੀਂ ਹੈਗਾ। ਅਜੇ ਉਹਦਾ ਟੈਸਟਿੰਗ ਟਾਈਮ ਆਉਣਾ, ਅਜੇ ਜੁਮਾ ਅਜੇ ਪਰਸੋਂ ਹੀ ਤੇ ਪ੍ਰਧਾਨ ਬਣਿਆ ਹੈ ਨਾ, ਤੇ ਉਹ ਪ੍ਰਧਾਨ ਬਣਿਆ ਕਾਂਗਰਸ ਦਾ, ਚੀਫ ਮਿਨਿਸਟਰ ਨਹੀਂ ਪੰਜਾਬ ਦਾ ਬਣਿਆ। ਇਸ ਕਰਕੇ ਜਿਸ ਪੱਧਰ ਤੇ ਅਸੀਂ ਉਹਦੀ ਜ਼ਿੰਮੇਵਾਰੀ ਸਮਝ ਸਕਦੇ ਹਾਂ ਜਾਂ ਜ਼ਿੰਮੇਵਾਰੀ ਲਾ ਸਕਦੇ, ਉਹ ਤੋਂ ਉਮੀਦ ਕਰ ਸਕਦੇ ਹਾਂ, ਉਹ ਉਸੇ ਪੱਧਰ ਦੀ ਹੋਣੀ ਚਾਹੀਦੀ ਹੈ। ਮੈਂ ਬਿਲਕੁਲ ਹੀ ਇਸ ਗੱਲ ਲਈ ਸਹਿਮਤ ਹੈ ਕਿ ਜੇ ਆਪਾਂ ਇਹ ਸੋਚੀਏ ਕਿ ਉਹਨੂੰ ਕਿਸਾਨਾਂ ਦੇ ਮੁੱਦਿਆਂ ਦਾ ਨਹੀਂ ਪਤਾ, ਤੇ ਜੇ ਫਿਰ ਇਹਦਾ ਮਤਲਬ ਫਿਰ ਉਹ ਪੱਠਾ ਬਿਠਾਊਗਾ। ਜੇ ਉਹਨੂੰ ਸੱਚੀ ਮੁੱਚੀ ਇਹ ਗੱਲ ਹੈ ਕਿ ਉਹਨੂੰ ਕਿਸਾਨਾਂ ਦੇ ਮੁੱਦਿਆਂ ਦਾ ਨਹੀਂ ਪਤਾ, ਫਿਰ ਉਹਨੂੰ ਪੋਲਿਟਿਕਸ ਛੱਡ ਦੇਣੀ ਚਾਹੀਦੀ ਆ, ਦੁਬਾਰਾ ਐਂਟਰਟੇਨਮੈਂਟ ਇੰਡਸਟਰੀ 'ਚ ਜਾਣਾ ਚਾਹੀਦਾ ਜਾਂ ਕ੍ਰਿਕਟ ਦੇ ਕਿਤੇ ਹੋਰ ਕੋਚਿੰਗ ਦਾ ਕੰਮ ਸ਼ੁਰੂ ਕਰਨਾ ਚਾਹੀਦਾ। ਜੇ ਪੋਲਿਟਿਕਸ 'ਚ ਆ ਤੇ ਇਹ ਬੇਸਿਕ ਗੱਲਾਂ, ਇਹ ਊੜਾ ਐੜਾ ਹੈਗਾ ਪੋਲਿਟਿਕਸ ਦਾ, ਕਿ ਉਹਨਾਂ ਨੂੰ ਜਿਹੜੇ ਪੰਜਾਬ ਦੇ ਅਹਿਮ ਮੁੱਦੇ ਆ ਉਹ ਸਾਰਾ ਪਤਾ ਹੋਣਾ ਚਾਹੀਦਾ। ਪਰ ਮੈਂ ਮੰਨਦਾ ਹਾਂ ਕਿ ਉਹਨਾਂ ਨੂੰ ਪਤਾ ਹੈ। ਹੁਣ ਉਹ ਕੀ ਉਸ ਰਾਜਨੀਤਿਕ ਭਾਸ਼ਾ ਦਾ ਜਾਂ ਉਸ ਕਿਸਮ ਦੀਆਂ ਇੱਕ ਲੈ ਦਾ ਪ੍ਰਸੰਗ ਬਣਾ ਕੇ ਗੱਲ ਕਰਨੀ ਕਦੋਂ ਸਿੱਖਦੇ ਆ, ਇਹ ਥੋੜਾ ਜਿਹਾ ਉਹਨਾਂ ਨੂੰ ਜ਼ਰੂਰ ਇਸ ਗੱਲ ਦਾ ਸਮਝਣਾ ਚਾਹੀਦਾ। ਦੇਖੋ ਕੱਲਾ ਇੱਕ ਹਮਲਾਵਰ ਜਿਹੜੀ ਲੈ ਕੇ ਕਿ ਮੈਂ ਆਹ ਚੱਕ ਦੂੰਗਾ, ਸਿਕਸਰ ਮਾਰ ਦੂੰਗਾ, ਇਹ ਕਰ ਦੂੰਗਾ, ਇਹ ਇੱਕ ਐਜ਼ ਔਰੇਟਰ ਚੰਗੀਆਂ ਗੱਲਾਂ ਲੱਗਦੀਆਂ, ਪਰ ਜਦੋਂ ਸਾਡੇ ਤੇ ਜ਼ਿੰਮੇਵਾਰੀ ਆ ਪੈਂਦੀ, ਉੱਥੇ ਜ਼ਰੂਰੀ ਨਹੀਂ ਕਿ ਅਸੀਂ ਜ਼ਿਆਦਾ ਡਰਾਮੈਟਿਕ ਅਦਾਕਾਰੀ ਕਰਨੀ ਹੈ। ਸਾਨੂੰ ਤੇ ਧਰਾਤਲ ਦੇ ਉੱਤੇ ਲੋਕਾਂ ਦੇ ਕਿੰਨੇ ਕੰਮ ਕੀਤੇ ਉਹ ਵਹੀ ਖਾਤਾ ਵੀ ਲੈ ਕੇ ਸਾਹਮਣੇ ਰੱਖਣਾ ਪੈਂਦਾ। ਬਹੁਤ ਸਾਰੇ ਕਾਮਯਾਬ ਪ੍ਰਧਾਨ ਮੰਤਰੀ ਹੈ ਤੁਹਾਡੇ ਸਾਹਮਣੇ, ਜਿਹਨੂੰ ਮੋਨੀ ਬਾਬਾ ਕਹਿੰਦੇ ਸੀਗੇ ਸਾਡੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੁਣੀ, ਹੈ ਨਾ, ਉਹ ਕਿੱਥੇ ਬੋਲਦੇ ਸੀਗੇ? ਬਹੁਤ ਘੱਟ ਬੋਲਦੇ ਸੀ, ਫਿਰ ਵੀ ਇੱਕ ਕਾਮਯਾਬ ਪ੍ਰਧਾਨ ਮੰਤਰੀਆਂ ਚੋਂ ਹੀ ਆਪਾਂ ਉਹਨਾਂ ਨੂੰ ਸਮਝਾਂਗੇ। ਤੇ ਇਸ ਲਈ ਹਾਲਾਂਕਿ ਕਦੀ ਵੀ ਉਹ, ਮੇਰਾ ਖਿਆਲ ਹੈ ਕਿ ਪਾਰਲੀਮੈਂਟ ਦੀ, ਲੋਕ ਸਭਾ ਦੀ ਇਲੈਕਸ਼ਨ ਲੜ ਕੇ ਨਹੀਂ ਸੀ ਜਿੱਤੇ, ਰਾਜ ਸਭਾ ਦਾ ਮੈਂਬਰ ਬਣ ਕੇ ਪ੍ਰਧਾਨ ਮੰਤਰੀ ਬਣਦੇ ਸੀ। ਇਸ ਲਈ ਇਸ ਤਰ੍ਹਾਂ ਦੇ ਬੰਦੇ ਵੀ ਹੁੰਦੇ ਆ ਕਿ ਜਿਹੜੇ ਪਾਪੂਲਰ ਭਾਵੇਂ ਨਾ ਹੋਣ ਪਰ ਯੋਗ ਹੁੰਦੇ ਆ ਕਿਸੇ ਖਾਸ ਕੰਮ ਦੇ। ਇਸ ਲਈ ਜਿੱਥੇ ਤੱਕ ਨਵਜੋਤ ਸਿੰਘ ਸਿੱਧੂ ਹੈ, ਉਹਨਾਂ ਦੀਆਂ ਖੂਬੀਆਂ ਵੀ ਬਹੁਤ ਹੈ, ਉਹ ਸਾਰੇ ਆਪਾਂ ਜਾਣਦੇ ਹਾਂ, ਧੜੱਲੇਦਾਰ ਆ, ਇਮਾਨਦਾਰੀ ਦਾ ਸਰਟੀਫਿਕੇਟ ਉਹਨਾਂ ਨੂੰ ਮਿਲਿਆ ਹੋਇਆ, ਇਹ ਵੀ ਮਿਲਿਆ ਹੋਇਆ ਕਿ ਉਹ ਪੰਜਾਬ ਲਈ ਕੁਝ ਦਿਲੋਂ ਕਰਨਾ ਚਾਹੁੰਦੇ ਆ। ਇਹ ਵੀ ਹੈ ਜਿਸ ਤਰ੍ਹਾਂ ਉਹਨਾਂ ਆਪ ਹੀ ਦੱਸਿਆ ਉਦੋਂ ਪਰਸਨਲ ਸਟੇਜ ਤੇ ਕਿ ਕਿਵੇਂ ਉਹ ਉਸ ਪਰਿਵਾਰ ਚੋਂ ਆਉਂਦੇ ਆ ਜਿੱਥੇ ਆਜ਼ਾਦੀ ਦੇ ਘਲਾਟੀਏ ਸਾਡੇ ਉਹਨਾਂ ਦੇ ਪਿਤਾ ਜਾਂ ਜੋ ਵੀ ਹੈ ਉਹ ਇੱਕ ਉਸ ਬੈਕਗਰਾਉਂਡ ਚੋਂ ਵੀ ਹੈਗੇ, ਔਰ ਜਿਹਦੀ ਤਾਰੀਫ ਫਿਰ ਕੈਪਟਨ ਨੂੰ ਵੀ ਮਜਬੂਰਨ ਵਸ ਸਾਰੀਆਂ ਉਹ ਗੱਲਾਂ ਦੀ ਉੱਥੇ ਸਟੇਜ ਦੇ ਉੱਤੋਂ ਭਾਵੇਂ ਰਾਜਨੀਤਿਕ ਦਾਅਪੇਚ ਹੀ ਹੋਵੇ ਪਰ ਕਰਨੀ ਪਈ।
ਪਰ ਨਾਲ ਹੀ ਜਿਹੜਾ ਸਿੱਧੂ ਸਾਹਿਬ ਨੂੰ ਸੁਖਵਿੰਦਰ ਰਾਜਨੀਤੀ ਦੀ ਜਿਹੜੀਆਂ ਬਾਕੀ ਬਰੀਕੀਆਂ ਹੈਗੀਆਂ ਉਹ ਵੀ ਸਿੱਖਣੀਆਂ ਪੈਣਗੀਆਂ। ਮੇਰਾ ਮਤਲਬ ਇਹ ਨਹੀਂ ਕਿ ਝੂਠ ਬੋਲਣਾ, ਸੋਚਣਾ ਕੁਛ, ਕਹਿਣਾ ਕੁਛ, ਉਹ ਹੇਰਾ ਫੇਰੀਆਂ ਨਹੀਂ ਮੈਂ ਗੱਲ ਕਹਿ ਰਿਹਾ, ਕਿ ਕਿਵੇਂ ਸਭ ਨੂੰ ਨਾਲ ਲੈ ਕੇ ਚੱਲਣਾ, ਕਿਵੇਂ ਸਭ ਦੀ ਸੁਣਨੀ ਆ, ਕਿਵੇਂ ਥੋੜੀ ਜਿਹੀ ਹਲੀਮੀ ਵੀ ਰੱਖਣੀ ਆ, ਕਿਵੇਂ ਅਸੀਂ ਸਪੀਡ ਨੂੰ ਵੀ ਜਿੱਥੇ ਤੇਜ਼ ਕਰਨ ਦੀ ਲੋੜ ਹੈ ਉੱਥੇ ਤੇਜ਼ ਕਰਨੀ ਹੈ, ਜਿੱਥੇ ਸਲੋ ਕਰਨ ਦੀ ਲੋੜ ਉੱਥੇ ਸਲੋ ਵੀ ਕਰਨੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਰਾਜਨੀਤੀ ਦੇ ਵਿੱਚ ਕਾਮਯਾਬ ਹੋਣ ਲਈ ਜਾਂ ਇੱਕ ਕਾਮਯਾਬ ਲੀਡਰ ਦੇ ਤੌਰ ਤੇ ਅੱਗੇ ਲੀਡ ਕਰਨ ਲਈ ਇਹ ਬਹੁਤ ਜ਼ਰੂਰੀ ਹੈ। ਤੇ ਸਾਨੂੰ ਕਈ ਵਾਰੀ ਇਸ ਗੱਲ ਦਾ ਖਦਸ਼ਾ ਤੇ ਜ਼ਰੂਰ ਹੋ ਜਾਂਦਾ ਕਿ ਲੋਕਾਂ ਦੇ ਝੁਰਮਟ ਇਕੱਠੇ ਕਰਨੇ, ਵੱਡੇ ਵੱਡੇ ਇਕੱਠ ਕਰ ਲੈਣੇ ਫੈਨ ਫਾਲੋਅਰਸ ਦੇ, ਵੋਟਾਂ ਪਵਾ ਵੀ ਲੈਣੀਆਂ ਜੇ ਪੈ ਜਾਂਦੀਆਂ ਹੋਣ ਇੰਜ ਵੋਟਾਂ। ਮੈਨੂੰ ਨਹੀਂ ਵੀ ਪੱਕਾ ਕਿ ਹਮੇਸ਼ਾ ਜਿਹੜੇ ਲੋਕ ਇਕੱਠ ਤੁਹਾਨੂੰ ਸੁਣਨ ਆਉਂਦੇ ਆ ਉਹ ਤੁਹਾਨੂੰ ਵੋਟਾਂ ਵੀ ਪਾ ਜਾਂਦੇ, ਇਹ ਜ਼ਰੂਰੀ ਨਹੀਂ ਹੈਗਾ। ਪਰ ਜੇ ਮੰਨ ਲਓ ਪਾ ਵੀ ਜਾਂਦੇ ਆ ਤਾਂ ਫਿਰ ਵੀ ਪਾਰਟੀ ਨੂੰ ਚਲਾਉਣ ਲਈ ਜਿੱਥੇ ਤੁਸੀਂ ਜਦੋਂ ਪ੍ਰਧਾਨ ਬਣ ਜਾਂਦੇ ਆ ਤੇ ਉਹ ਸਿੱਧੂ ਜੋ ਅੱਜ ਹੈ ਉਹ ਸਿੱਧੂ ਪਲੱਸ ਦਾ ਮਤਲਬ ਥੋੜਾ ਜਿਹਾ ਕੁਝ ਹੋਰ ਵੀ ਉਹਦੇ 'ਚ ਐਡੀਸ਼ਨਸ ਅਮੈਂਡਮੈਂਟ ਦੀ ਅਜੇ ਕਾਫੀ ਸਕੋਪ ਹੈਗਾ। ਅਸੀਂ ਵੀ ਸਾਰੇ ਇਹੀ ਉਮੀਦ ਕਰਦੇ ਹਾਂ ਕਿ ਚਲੋ ਪੰਜਾਬ ਦੇ ਅੰਦਰ ਇੱਕ ਧੜੱਲੇਦਾਰ ਨਵਾਂ ਰਾਜਨੀਤਿਕ ਲੀਡਰ ਤੇ ਆਇਆ, ਹੁਣ ਸਿਰੇ ਲੱਗ ਜਾਏ ਉਸ ਮਨਸਾ 'ਚ ਜਿਹਦੇ ਵਿੱਚ ਕਾਫੀ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਇਫਸ ਐਂਡ ਬਟਸ, ਕਿੰਤੂ ਪਰੰਤੂ ਅਜੇ ਬਹੁਤ ਹੈਗੇ ਆ। ਉਹਦਾ ਕਾਰਨ ਇਹ ਦੱਸਦੇ ਆ ਕਿ ਜਿਸ ਬਰਾਤ ਨੂੰ ਨਾਲ ਲੈ ਕੇ ਲਾੜਾ ਅੱਗੇ ਚੱਲਿਆ, ਪ੍ਰਧਾਨ ਚੱਲੇ ਆ, ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹ ਬਰਾਤੀਏ ਕਿਹੋ ਜਿਹੇ ਆ। ਤੇ ਉਹ ਕਈ ਵਾਰੀ ਇਹਦੀ ਲੱਤ ਤੇ ਹੀ ਪਿੱਛੋਂ ਜੇ ਕੁੰਡੀ ਪਾ ਕੇ ਠਿੱਬੀ ਮਾਰ ਸਕਦੇ ਆ, ਲਾੜੇ ਨੂੰ ਥੱਲੇ ਸੁੱਟ ਸਕਦੇ ਆ, ਜਾਂ ਘੋੜੀ ਨੂੰ ਹੀ ਪਿੱਛੇ ਚੜੀ ਨੂੰ ਛੇੜ ਸਕਦੇ ਆ, ਪੂਛ ਦਾ ਵਾਲ ਖਿੱਚਦਾ, ਘੋੜੀ ਤੋਂ ਚੜਿਆ ਬੰਦਾ ਥੱਲੇ ਡਿੱਗ ਪਿਆ। ਇਹ ਕੰਮ ਜਿਹੜਾ ਇਹਨਾਂ ਨੂੰ ਪਤਾ ਆਪਾਂ ਨੂੰ ਸਾਰਾ ਕਿ ਰਾਜਨੀਤੀ ਕਿਵੇਂ ਚੱਲਦੀ। ਸਾਨੂੰ ਰੋਜ਼ ਲੋਕਾਂ ਦੇ ਫੋਨ ਆਉਂਦੇ ਰਹਿੰਦੇ ਜਿਹੜੇ ਸਤਾਏ ਖਪਾਏ ਹੁੰਦੇ ਆ। ਹੁਣ ਮੈਨੂੰ ਗੁਰਦਾਸਪੁਰੋਂ ਕਿਸੇ ਇਹੋ ਜਿਹੇ ਦੋਸਤ ਦਾ ਫੋਨ ਆਇਆ, ਉਹਨੇ ਆਪਣਾ ਸਾਰਾ ਦੱਸਿਆ ਕਿ ਕਿਵੇਂ ਰਾਜਨੀਤੀ ਦੇ ਵਿੱਚ ਲੋਕ ਬਘਿਆੜ ਜਿਹੜੇ ਆ ਵਾਂਗੂ ਫਿਰਦੇ ਤੇ ਛੋਟਿਆਂ ਖਰਗੋਸ਼ਾਂ ਨੂੰ, ਬਲੂੰਗੜਿਆਂ ਨੂੰ ਕਿਵੇਂ ਖਾ ਜਾਂਦੇ, ਮਿੰਟ ਚੋਂ ਦੀ ਪਤਾ ਵੀ ਨਹੀਂ ਲੱਗਣ ਦਿੰਦੇ, ਡਕਾਰ ਵੀ ਨਹੀਂ ਮਾਰਦੇ। ਇਹ ਚੀਜ਼ਾਂ ਸਾਰੀਆਂ ਜਿਹੜਾ ਛੇਤੀ ਜਿੰਨਾ ਸਿੱਖ ਲੈਣਗੇ ਤਾਂ ਉਹ ਹੋ ਸਕਦਾ ਕਿ ਪੰਜਾਬ ਦੇ ਵਿੱਚ ਕੋਈ ਨਵੀਂ ਭਲਾ ਹੋ ਜੇ, ਪੰਜਾਬ ਦੇ ਵਿੱਚ ਇੱਕ ਨਵਾਂ ਜਿਹੜਾ ਆਗਮਨ ਅਸੀਂ ਸ਼ੁਰੂਆਤ ਚਾਹੁੰਦੇ ਹਾਂ ਕਿ ਕਿਸੇ ਰਾਜਨੀਤੀ ਦਾ ਹੋਵੇ, ਉਹ ਹੋ ਸਕਦਾ। ਪਰ ਇਹਨਾਂ ਲਈ ਬਹੁਤ ਔਖਾ ਹੋਊ ਆਉਣ ਵਾਲਾ ਸਮਾਂ, ਇਹ ਮੈਨੂੰ ਖਾਸ ਦਿਖ ਰਿਹਾ, ਬੜਾ ਸਾਫ਼ ਦਿਖ ਰਿਹਾ। ਇੰਨਾ ਸੌਖਾ ਨਹੀਂ ਜੋ ਉਹ ਕਹਿ ਰਹੇ ਹੈ ਸਿੱਧੂ ਸਾਹਿਬ, ਜੋ ਕਲੇਮ ਕਰ ਰਹੇ ਆ 18 ਮੁੱਦਿਆਂ ਦਾ, ਪੰਜਾਬ ਦਾ, ਹੋਰਨਾਂ ਦਾ, ਜੇ ਉਹ ਉਸੇ ਰੂਪ 'ਚ ਵਾਕਿਆ ਹੀ ਪੰਜਾਬ ਨੂੰ ਅੱਗੇ ਤੋਰਨਾ ਚਾਹੁੰਦੇ, ਲਾਗੂ ਕਰਨਾ ਚਾਹੁੰਦੇ ਆ, ਔਰ ਜਿਸ ਗੱਡੀ ਤੇ ਉਹ ਚੜੇ ਹੋਏ ਆ ਜਾਨੀ ਕਾਂਗਰਸ ਪਾਰਟੀ ਦੇ ਵਿੱਚ ਹੈਗੇ ਆ, ਉਹ ਕਿੱਥੇ ਤੱਕ ਉਹਨਾਂ ਨੂੰ ਲੈ ਜਾਊਗੀ, ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲੀਆ ਚਿੰਨ੍ਹ ਹੈਗਾ। ਹਾਂਜੀ ਸੁਖਵਿੰਦਰ ਸਿੰਘ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਸਾਨੂੰ ਸਮਾਂ ਦੇਣ ਲਈ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਤੁਹਾਡਾ, ਤੁਹਾਡੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਤੁਸੀਂ ਦੇਖ ਰਹੇ ਸੀ ਤਖਤ ਪੰਜਾਬ, ਮੇਰੇ ਨਾਲ ਮੌਜੂਦ ਸਨ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।